Hello, friends. This is Rajdeep with your favorite TV show, Harmony on ATN Star Plus. Hope you're having a very happy Saturday. ਇਨਫੋਰਮੇਸ਼ਨ ਸੈਗਮੈਂਟ ਦੇ ਵਿੱਚ ਅੱਜ ਅਸੀਂ ਟੌਪਿਕ ਤੇ ਗੱਲ ਕਰ ਰਹੇ ਹਾਂ ਕੈਨੇਡਾ ਅਤੇ ਚੁਣੌਤੀਆਂ ਔਰ ਸਾਡੇ ਨਾਲ ਇੱਕ ਸ਼ਖਸ ਹੈ ਇੱਕ ਸਾਡੀ ਬੇਟੀ ਹੈ ਜਿਹੜੀ 2009 ਚ ਮੈਰਿਜ ਕਰਾ ਕੇ ਕੈਨੇਡਾ ਆਈ ਔਰ ਇੱਥੇ ਕਈ ਤਰ੍ਹਾਂ ਦੀ ਘਾਲਣਾ ਘਾਲਣੀ ਪਈ 2016 ਤਾਈਂ ਕਈ ਤਰ੍ਹਾਂ ਦੀਆਂ ਐਜੂਕੇਸ਼ਨਸ ਲੈਣੀਆਂ ਪਈਆਂ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਨਾ ਚਾਹਾਂਗੇ ਤਾਂ ਕਿ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਸਾਡੇ ਸਾਰੇ ਭਾਈਚਾਰੇ ਨਾਲ ਸਾਂਝੀ ਹੋ ਸਕੇ ਹਰਪ੍ਰੀਤ ਜੀ ਤੁਹਾਡਾ ਸਵਾਗਤ ਹੈ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਔਰ ਜਿਹੜੇ ਹਾਰਮਨੀ ਚੈਨਲ ਦੇਖ ਰਹੇ ਨੇ ਉਹਨਾਂ ਨੂੰ ਤਾਂ ਸਪੈਸ਼ਲੀ ਸਤਿ ਸ਼੍ਰੀ ਅਕਾਲ ਹੈ। ਥੈਂਕ ਯੂ। ਤੁਸੀਂ 2009 ਚ ਆਏ ਔਰ ਤੁਸੀਂ ਥੋੜਾ ਜਿਹਾ ਆਪਣਾ ਬਰੀਫਲੀ ਦੱਸੋ ਕਿ ਤੁਸੀਂ ਕਿੱਦਾਂ ਪਹੁੰਚੇ ਔਰ ਕੀ ਚੁਣੌਤੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ। ਹਾਂਜੀ, ਜਿਵੇਂ ਮੈਂ 2009 ਚ ਮੈਰਿਜ ਕਰਾ ਕੇ ਇੱਥੇ ਆਈ ਸੀਗੀ ਤਾਂ ਆਉਂਦੇ ਹੀ ਜਿਵੇਂ 2009 ਚ ਵੀ ਮੈਂ ਤੁਹਾਨੂੰ ਦੱਸਿਆ ਮਾਰਕੀਟ ਬਹੁਤ ਸਲੋ ਸੀਗੀ। ਉਦੋਂ ਵੀ ਕੋਈ ਜੌਬ ਓਪਰਚੁਨਿਟੀਜ਼ ਕੁਛ ਨਹੀਂ ਸੀਗੀਆਂ। ਥੋੜਾ ਲੈਕ ਆਫ ਨੌਲੇਜ ਹੋ ਜਾਂਦਾ ਹੈ ਕਿ ਡਿਫਰੈਂਟ ਕੰਟਰੀ 'ਚ ਤੁਸੀਂ ਆਉਂਦੇ ਹੋ ਤਾਂ ਮੈਨੂੰ ਚਾਹੁੰਦੀ ਸੀ ਕਿ ਕੁਛ ਅੱਗੇ ਆਪਣੀ ਸਟੱਡੀ ਨੂੰ ਪਰਸਿਊ ਕਰਾਂ ਬਟ ਕਰ ਨਹੀਂ ਪਾਈ। ਕੁਛ ਐਸੇ ਸਰਕਮਸਟਾਂਸਿਸ ਸੀਗੇ ਬਟ ਫਿਰ ਮੈਂ ਸਟਾਰਟਿੰਗ ਕੀਤੀ ਇੱਕ ਰੈਸਟੋਰੈਂਟ ਦੀ ਜੌਬ ਤੋਂ। ਉਹ ਵੀ ਮੈਨੂੰ ਕਿਸੇ ਨੇ ਕਹਿ ਕੇ ਲਵਾਇਆ ਤਾਂ ਆਈ ਵਾਜ਼ ਲਾਈਕ ਕਿ ਰੈਸਟੋਰੈਂਟ 'ਚ ਜਦੋਂ ਤੁਸੀਂ ਆਉਂਦੇ ਕਲੀਨ ਅਪ ਸਟਾਰਟ ਕਰ ਲੈਂਦੇ ਹੋ ਤਾਂ ਮੈਨੂੰ ਬਹੁਤ ਹੁੰਦਾ ਸੀ ਕਿ ਪੜ੍ਹ ਕੇ ਪੜ੍ਹੇ ਲਿਖੇ ਵੀ ਉਹੀ ਕੰਮ ਕਰ ਰਹੇ ਨੇ ਅਤੇ ਜਿਹੜੇ ਬਿਲਕੁਲ ਮਤਲਬ ਐਜੂਕੇਟਿਡ ਨਹੀਂ ਹੈਗੇ ਉਹ ਵੀ ਉਹੀ ਕੰਮ ਕਰ ਰਹੇ ਨੇ। ਅਤੇ ਆਈ ਵਾਜ਼ ਫੀਲਿੰਗ ਕਿ ਦਿਲ ਕਿਤੇ ਸੀਗਾ ਕਿ ਮੈਂ ਐਜੂਕੇਟ ਜ਼ਰੂਰ ਕਰਨਾ ਆਪਣੇ ਆਪ ਨੂੰ ਇੱਥੇ ਦੇ ਹਿਸਾਬ ਨਾਲ। ਹਰ ਕੋਈ ਕਹਿੰਦਾ ਸੀ ਪੜ੍ਹੋ ਬਟ ਮੈਨੂੰ ਆਪਣਾ ਹੀ ਸੀਗਾ ਕਿ ਮੈਂ ਕਿਤੋਂ ਰਿਸੋਰਸਿਸ ਨਹੀਂ ਇਕੱਠੇ ਕਰ ਪਾਈ ਸੀਗੀ। ਤਾਂ ਇਟ ਟੁੱਕ ਮੀ ਸੈਵਰਲ ਈਅਰਸ ਕਿ ਮੈਂ ਆਪਣੇ ਆਪ ਨੂੰ ਰਿਸੋਰਸਿਸ ਇਕੱਠੇ ਕੀਤੇ ਅਤੇ ਇੱਥੇ ਸਮਝ ਪਾਈ ਕੁਛ ਵੀ ਹਾਂਜੀ ਆਈ ਕੈਨ ਪਰਸਿਊ ਮਾਈ ਸਟੱਡੀਜ਼ ਕਿ ਮੈਂ ਕਿੱਥੇ ਜਾਣਾ ਚਾਹੁੰਦੀ ਹਾਂ। ਮੈਨੂੰ ਇੰਨੇ ਸਾਲਾਂ 'ਚ ਪਤਾ ਲੱਗ ਗਿਆ ਕਿ ਮੇਰਾ ਲੈਵਲ ਕਿੱਥੇ ਹੈ, ਮੈਂ ਕਿਹੜੀ ਫੀਲਡ 'ਚ ਜਾਣਾ ਚਾਹੁੰਦੀ ਹਾਂ। ਤਾਂ ਫਿਰ ਹੁਣ ਮੈਂ ਰਾਈਟ ਨਾਓ ਅਕੈਡਮੀ ਆਫ ਲਰਨਿੰਗ 'ਤੇ ਸਟੂਡੈਂਟ ਹੈਗੀ ਹਾਂ। ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਕਰ ਰਹੀ ਹਾਂ ਔਰ ਨਾਲ ਦੀ ਨਾਲ ਜੌਬ ਵੀ ਕਰ ਰਹੀ ਹਾਂ। ਜੋ ਸਾਨੂੰ ਸਮਝਣ 'ਚ ਆਇਆ ਕਿ ਜਿਹੜਾ ਵੀਜ਼ਾ ਵਿਕਦਾ ਹੈ ਉਹ ਕਈ ਤਰ੍ਹਾਂ ਦੇ ਇੱਥੇ ਮੈਰਿਜ ਕਰਾ ਕੇ ਮੁੰਡੇ ਵੀ ਆ ਰਹੇ ਕੁੜੀਆਂ ਵੀ ਆ ਰਹੇ ਉਹਨਾਂ ਦਾ ਸੁਖਾਵਾਂ ਜੀਵਨ ਨਹੀਂ ਹੈ ਉਹਦੇ ਕੀ ਕਾਰਨ ਹੈ ਔਰ ਉਹਦਾ ਹੱਲ ਕੀ ਹੈ ਤੁਸੀਂ ਥੋੜ੍ਹਾ ਸਾਨੂੰ ਜਾਣੂ ਕਰਾਓ। ਹਾਂਜੀ, ਜਿੱਥੇ ਤੱਕ ਮੈਨੂੰ ਲੱਗਦਾ ਹੈ ਜਿੱਥੇ ਤੱਕ ਮੇਰੀ ਸੋਚ ਦਾ ਸਵਾਲ ਹੈ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਇੱਥੇ ਦੇ ਬੱਚਿਆਂ ਦੇ ਨਾਲ ਅਸੀਂ ਕਈ ਵਾਰੀ ਕਰ ਦਿੰਦੇ ਹਾਂ ਇੰਡੀਆ ਤੋਂ ਮੁੰਡੇ ਕੁੜੀਆਂ ਲਿਆ ਕੇ ਉਹਨਾਂ ਦੇ ਵਿਆਹ ਕਰਦੇ ਹਾਂ ਕਿ ਨਹੀਂ ਅਸੀਂ ਉਹਨਾਂ ਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਨਹੀਂ ਸਾਡੇ ਤੋਂ ਉਹਨਾਂ ਦਾ ਸਾਨ ਹੈ ਅਸੀਂ ਉਹਨੂੰ ਬੁਲਾਉਣਾ ਉਹਨੂੰ। ਤਾਂ ਜਦੋਂ ਆਪਾਂ ਥੋੜ੍ਹਾ ਬਹੁਤ ਪ੍ਰੈਸ਼ਰਾਈਜ਼ ਕਰਕੇ ਬੱਚਿਆਂ ਦਾ ਵਿਆਹ ਕਰਦੇ ਹਾਂ ਚਾਹੇ ਥੋੜ੍ਹਾ ਜਿਹਾ ਵੀ ਹੋਵੇ ਇੱਥੇ ਆ ਕੇ ਡਿਵੋਰਸ ਕਰਦੇ ਹਾਂ ਉਹ ਜਿਹੜਾ ਲਾਈਫ ਗੈਪ ਪੈ ਜਾਂਦਾ ਹੈਗਾ ਉਹਨਾਂ ਦੇ ਦਿਮਾਗ ਦਾ ਮਾਈਂਡ ਸੈੱਟ ਦਾ ਉਹ ਉਹਨਾਂ ਨੂੰ ਅੱਗੇ ਆਪਣੇ ਆਪ ਨੂੰ ਕੰਟੀਨਿਊ ਨਹੀਂ ਕਰਨ ਦਿੰਦਾ ਲਾਈਫ 'ਚ। ਉਹ ਹੈਡ ਨਹੀਂ ਹੋ ਸਕਦੇ, ਮੂਵ ਫਾਰਵਰਡ ਨਹੀਂ ਹੋ ਸਕਦੇ। ਤਾਂ ਇਹੀ ਹੁੰਦਾ ਹੈ ਕਿ ਉਹ ਇੱਕ ਦੂਜੇ ਦੇ ਵਿੱਚ ਕਮੀਆਂ ਲੱਭਦੇ ਰਹਿੰਦੇ ਨੇ ਤਾਂ ਕਿ ਮੈਨੂੰ ਇੱਕ ਇਹੋ ਜਿਹਾ ਪੁਆਇੰਟ ਮਿਲ ਜਾਵੇ ਕਿ ਮੈਂ ਬਸ ਉਹਨੂੰ ਕਹਿ ਦੇਵਾਂ ਵੀ ਛੱਡ ਦਿਓ ਮੈਨੂੰ। ਬਟ ਇੱਦਾਂ ਹੁੰਦਾ ਹੈ ਕਿ ਹੌਲੀ ਹੌਲੀ ਟਾਈਮ ਲੱਗਦਾ ਹੈ ਤੁਹਾਡਾ ਮਾਇੰਡ ਇੱਕ ਦੂਜੇ ਦੇ ਨਾਲ ਤਾਲਮੇਲ ਲੱਗਣ ਨੂੰ। ਇਹ ਹੁੰਦਾ ਕਿ ਵੀ ਤੁਸੀਂ ਆਪਣੇ ਮਾਇੰਡ ਨੂੰ ਕਿੰਨਾ ਕੁ ਫਾਰਵਰਡ ਕਰਨਾ ਚਾਹੁੰਦੇ ਹੋ ਕਿ ਨਹੀਂ ਹੁਣ ਜੋ ਹੈਗਾ ਅੱਜ ਕੱਲ੍ਹ ਦੇ ਬੱਚੇ ਜੇ ਆਪਾਂ ਇੱਥੇ ਦੇ ਪੜ੍ਹਿਆਂ ਲਿਖਿਆਂ ਦੇ ਨਾਲ ਇੰਡੀਆ ਦਾ ਕਰਦੇ ਹਾਂ ਔਰ ਨੋ ਡਾਊਟ ਉਹ ਪੜ੍ਹੇ ਲਿਖੇ ਹੁੰਦੇ ਬਟ ਨੋ ਡਾਊਟ ਇਹਦੇ ਵਿੱਚ ਕਿ ਉਹਨਾਂ ਦੀ ਮਾਇੰਡ ਸੈੱਟ ਥੋੜ੍ਹਾ ਡਿਫਰੈਂਟ ਜ਼ਰੂਰ ਹੁੰਦਾ ਤਾਂ ਉਹ ਆਪਾਂ ਇੱਕ ਦੂਜੇ ਦੇ ਨਾਲ ਕੰਟੀਨਿਊ ਨਹੀਂ ਕਰ ਪਾਉਂਦੇ ਹਾਂ। ਤੁਸੀਂ ਡਿਵੋਰਸ ਦੀ ਗੱਲ ਕੀਤੀ ਕਿ ਇਹਦੇ ਨਾਲ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਥੋੜ੍ਹਾ ਜਿਹਾ ਡੋਮੈਸਟਿਕ ਵਾਇਲੈਂਸ ਵੀ ਰੂਪ ਲੈ ਲੈਂਦੀ ਹੈ। ਹਾਂਜੀ, ਨੋ ਡਾਊਟ ਹੈਗੀ ਹੈ। ਆਪਣੇ ਜਿਵੇਂ ਹੁਣ ਆਪਾਂ ਗੱਲ ਕਰੀਏ ਕਿ ਜਿਹੜੀ ਕਮਿਊਨਿਟੀ ਜਿਵੇਂ ਪੰਜਾਬੀ ਲੋਕ ਜਾਂ ਹੋਰ ਵੀ ਕਮਿਊਨਿਟੀਜ਼ ਨੇ ਇੰਡੀਆ ਤੋਂ ਆਉਂਦੀਆਂ ਤਾਂ ਜਿਵੇਂ ਜਿਹੜਾ ਇੱਕ ਮਾਈਂਡ ਸੈੱਟ ਹੁੰਦਾ ਹੈ ਥੋੜ੍ਹਾ ਜਿਹਾ ਡੋਮੀਨੇਟਿੰਗ ਪਾਵਰ ਹੁੰਦੀ ਹੈ ਮੈਨ ਦੀ ਵਮਨ 'ਤੇ ਤਾਂ ਉਹ ਰਹਿੰਦਾ ਹੈ ਕਿ ਹਾਂਜੀ ਔਰ ਲੇਡੀਜ਼ ਵੀ ਸੋਚਦੀਆਂ ਨੇ ਕਿ ਕੋਈ ਗੱਲ ਨਹੀਂ ਹੋ ਜਾਏਗਾ। ਆਪਣੇ ਆਪ ਨੂੰ ਨਹੀਂ ਕਰਦੇ ਕਿ ਅੱਜ ਕੱਲ੍ਹ ਮੈਨ ਐਂਡ ਵਮਨ ਬੋਥ ਆਰ ਸੇਮ। ਆਪਣੇ ਕੋਲ ਸਾਰੇ ਹੱਕ ਸੇਮ ਨੇ। ਆਪਾਂ ਚਾਹੀਏ ਤਾਂ ਸਭ ਕੁਛ ਆਪਣੇ ਲੈਵਲ 'ਤੇ ਕਰ ਸਕਦੇ ਹਾਂ ਬਟ ਇੱਕ ਸਾਨੂੰ ਉਹ ਹੋ ਜਾਂਦੀ ਹੈ ਕਿ ਨਹੀਂ ਚੰਗਾ ਨਹੀਂ ਲੱਗਦਾ ਲੋਕ ਕੀ ਕਹਿਣਗੇ ਇੱਦਾਂ ਅਸੀਂ ਆਪਣੀ ਲਾਈਫ 'ਚ ਉਹੀ ਸਟਰਗਲ ਨੂੰ ਆਪਣੇ ਆਪ ਨੂੰ ਵਧਾਉਂਦੇ ਰਹਿੰਦੇ ਹਾਂ। ਤਾਂ ਮੈਂ ਤਾਂ ਇਹ ਕਹਿੰਦੀ ਹਾਂ ਕਿ ਨੋ ਡਾਊਟ ਡੋਮੈਸਟਿਕ ਵਾਇਲੈਂਸ ਦਾ ਰੂਪ ਲੈ ਲੈਂਦੀ ਹੈ। ਉਹਨੂੰ ਦੱਬੀ ਨਾ ਜਾਣ ਦਿਓ ਤਾਂ ਕਿ ਉਹ ਹੋਰ ਘੜਾ ਭਰ ਜਾਵੇ। ਲੈਟ ਇਟ ਬਰਸਟ ਆਊਟ ਕਿ ਹਾਂ ਇੱਕ ਵਾਰੀ ਕਿਸੇ ਨੂੰ ਪਤਾ ਹੋਣਾ ਚਾਹੀਦਾ ਕਿ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ ਤਾਂ ਕਿ ਕੋਈ ਆ ਕੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਰੋਕ ਸਕਣ ਕਿ ਉਹ ਵਧਣ ਤਾਂ ਤੁਸੀਂ ਰੋਕ ਸਕਦੇ ਹੋ। ਹਾਂਜੀ, ਤੁਸੀਂ ਇੱਕ ਬਹੁਤ ਵਧੀਆ ਸ਼ਹਿਰ ਤੋਂ ਆਏ ਹੋ ਇੰਡੀਆ ਤੋਂ ਚੰਡੀਗੜ੍ਹ ਤੋਂ ਆਏ ਹੋ ਤੁਹਾਡੇ ਮਨ 'ਚ ਕੀ ਇੱਛਾਵਾਂ ਸੀਗੀਆਂ ਜਾਂ ਕੀ ਆਸ਼ਾਵਾਂ ਸੀਗੀਆਂ ਜਿਹੜਾ ਤੁਸੀਂ ਆਪ ਦਾ ਮੈਰਿਜ ਜਿਹੜੀ ਹੈ ਕੈਨੇਡਾ ਕਰਾਈ। ਟੂ ਬੀ ਟਰੂ ਹਾਂਜੀ ਮੈਨੂੰ ਇੱਕ ਸ਼ੁਰੂ ਤੋਂ ਸੀਗਾ ਇੱਕ
ਪੰਜਾਬੀ ਕੁੜੀ ਹੋਣ ਕਰਕੇ ਵੀ ਦਿਮਾਗ 'ਚ ਵੀ ਸੀਗਾ ਕਿ ਇੱਕ ਮਾਈਂਡ ਸੈਟ ਹੋ ਜਾਂਦਾ ਹੈ ਕਿ ਮੈਂ ਬਾਹਰ ਜਾਣਾ ਹੈ ਡਾਲਰ ਕਮਾਣੇ ਆ ਸੀਗਾ ਇੱਕ। ਹਾਂਜੀ, ਸ਼ਾਇਦ ਇਹ ਨਹੀਂ ਸੋਚਿਆ ਸੀ ਕਿ ਉੱਥੇ ਜਾ ਸੁਣਦੇ ਸੀਗੇ ਕਿ ਲੋਕ ਕਹਿੰਦੇ ਸੀ ਡਾਲਰ ਕਿਹੜਾ ਪੇੜਾਂ ਨੂੰ ਲੱਗੇ ਹੁੰਦੇ ਆ। ਹੁਣ ਅਸਲੀਅਤ 'ਚ ਪਤਾ ਲੱਗਦਾ ਹੈ ਕਿ ਹਾਂਜੀ ਡਾਲਰ ਪੇੜਾਂ ਨੂੰ ਨਹੀਂ ਲੱਗੇ ਹੁੰਦੇ, ਮਿਹਨਤ ਬਹੁਤ ਕਰਨੀ ਪੈਂਦੀ ਹੈ। ਅਤੇ ਮੈਰਿਜ ਵਾਸਤੇ ਮੈਂ ਸ਼ੁਰੂ ਤੋਂ ਹੀ ਸੀ, ਉੱਪਰੋਂ ਫਿਰ ਮੈਨੂੰ ਹਸਬੈਂਡ, ਅਸੀਂ ਇੱਕ ਦੂਸਰੇ ਨੂੰ ਜਾਣਦੇ ਵੀ ਸੀਗੇ, ਤਾਂ ਫਿਰ ਇੱਕ ਲੀਡ ਮਿਲ ਗਈ ਸਾਨੂੰ ਕਿ ਹਾਂਜੀ ਮੈਰਿਜ ਕਰਾਉਣ ਵਾਸਤੇ, ਔਰ ਫਿਰ ਉਹ ਆਏ ਹੋਏ ਸੀ ਇੱਥੇ, ਫਿਰ ਹੀ ਵੀ ਗੋਟ ਮੈਰਿਡ। ਹਾਂਜੀ, ਤੁਸੀਂ ਦੇਖੋ ਬੱਚੇ ਵੀ ਪਾਲ ਰਹੇ ਹੋ, ਨਾਲ ਪੜ੍ਹਾਈ ਵੀ ਕਰ ਰਹੇ ਹੋ। ਇਹ ਜਿਹੜੀ ਚੁਣੌਤੀ ਹੈ, ਇਹ ਕਿੱਡੀ ਕੁ ਚੁਣੌਤੀ ਲੱਗੀ ਤੁਹਾਨੂੰ, ਔਰ ਆਉਣ ਵਾਲੇ ਸਮੇਂ 'ਚ ਤੁਸੀਂ ਆਪਣੇ ਆਪ ਨੂੰ ਕਿਹੜੀ ਬੁਲੰਦੀਆਂ 'ਚ ਦੇਖਣਾ ਚਾਹੁੰਦੇ ਹੋ? ਹਾਂਜੀ, ਜਦੋਂ ਮੈਂ ਆਈ ਸੀਗੀ ਉਦੋਂ ਤਾਂ ਜਿਵੇਂ ਤੁਹਾਨੂੰ ਦੱਸਿਆ ਮੈਰਿਜ ਬੇਸ ਕਰਾ ਕੇ ਆਈ, ਤਾਂ ਫਿਰ 2 ਸਾਲ ਮੈਂ ਇੱਦਾਂ ਹੀ ਕੱਢ ਲਏ, ਰੈਸਟੋਰੈਂਟਸ ਜੌਬ ਕਰ ਲਈ, ਫਿਰ ਮੈਂ ਕਿਤੇ ਡਰਾਈ ਕਲੀਨਿੰਗ 'ਤੇ ਜੌਬ ਕਰਨ ਲੱਗ ਗਈ। ਬਟ ਉਹ ਫਿਰ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਮੈਂ ਚਾਹੁੰਦੀ ਹੀ ਸੀਗੀ ਕਿ ਮੈਂ ਕੁਝ ਹੋਰ ਪੜ੍ਹਾਂ, ਕੁਝ ਕਰਾਂ। ਤਾਂ ਫਿਰ ਉਦੋਂ ਵੀ ਜਦੋਂ ਬੇਟੀ ਹੋਈ ਫਸਟ ਮੇਰੀ, ਤਾਂ ਉਸ ਤੋਂ ਬਾਅਦ ਵੀ ਮੈਨੂੰ ਲੱਗਿਆ ਕਿ ਮੈਂ ਮੈਟਰਨਿਟੀ 'ਚ ਪੜ੍ਹ ਲਾਂ। ਬਟ ਮੈਂ ਤੁਹਾਨੂੰ ਦੱਸ ਰਹੀ ਕਿ ਜਦੋਂ ਅਸੀਂ ਆਪਣੇ ਆਪ ਰਿਸੋਰਸਿਸ ਨਹੀਂ ਨਾ ਇਕੱਠੇ ਕਰਦੇ, ਉਨੀ ਦੇਰ ਆਪਾਂ ਕੁਝ ਨਹੀਂ ਕਰ ਸਕਦੇ। ਅਸੀਂ ਲੋਕਾਂ ਦੀ ਗੱਲਾਂ 'ਚ ਰਹਿੰਦੇ ਹਾਂ ਕਿ ਮੈਂ ਸੁਣਿਆ ਸੀ, ਮੈਂ ਇਹ ਸੁਣਿਆ ਸੀ, ਸੁਣਾਈਆਂ ਗੱਲਾਂ ਤੇ ਸਾਨੂੰ ਨਹੀਂ ਜਾਣਾ ਚਾਹੀਦਾ। ਇਹ ਮੈਨੂੰ ਅੱਜ ਤੱਕ ਫੀਲ ਹੁੰਦਾ ਹੈ ਕਿ ਮੈਂ ਕਿਉਂ ਆਪਣੇ ਆਪ ਨੌਲੇਜ ਕਿਉਂ ਨਹੀਂ ਗੈਦਰ ਕੀਤੀ। ਇਹੀ ਕਰਦੇ ਫਿਰ ਹੁਣ ਜਿਹੜਾ ਮੇਰਾ ਲਾਸਟ 3rd ਬੇਬੀ ਹੋਇਆ, ਫਿਰ ਮੈਨੂੰ ਉਹਦੇ ਤੋਂ ਬਾਅਦ ਲੱਗਿਆ ਕਿ ਨਾਓ ਇਟਸ ਦ ਰਾਈਟ ਟਾਈਮ। ਸਾਰੇ ਮੈਨੂੰ ਫਿਰ ਕਹਿੰਦੇ ਸੀ ਕਿ 3 ਬੱਚਿਆਂ ਨਾਲ ਕਿੱਦਾਂ ਕਰੇਂਗੀ, ਕਿੱਦਾਂ ਪੜ੍ਹੇਂਗੀ, ਬਟ ਆਈ ਫੀਲ ਵੈਰੀ ਗਲੈਡ ਕਿ ਮੈਨੂੰ ਮੇਰੇ ਹਸਬੈਂਡ ਵੀ ਇੰਨੇ ਸਪੋਰਟਿਵ ਮਿਲੇ, ਬੱਚੇ ਵੀ ਇੰਨੇ ਲੱਕੀ ਸੀਗੇ ਕਿ ਕਹਿੰਦੇ ਨਹੀਂ ਮੰਮਾ ਤੁਸੀਂ ਪੜ੍ਹੋ। ਤਾਂ ਫਿਰ ਮੈਂ ਹੁਣ ਪੜ੍ਹ ਰਹੀ ਹਾਂ, ਔਰ ਸਭ ਕੁਝ ਸਾਰਿਆਂ ਦੀ ਫੈਮਿਲੀ ਦੀ ਹੈਲਪ ਦੇ ਨਾਲ ਆਈ ਐਮ ਏਬਲ ਟੂ ਡੂ ਕਿ ਮੈਂ ਜੌਬ, ਬੱਚੇ, ਸਭ ਕੁਝ, ਆਪਣੀ ਪੜ੍ਹਾਈ, ਸਭ ਕੁਝ ਕਰ ਰਹੇ ਹਾਂ, ਔਰ ਸਭ ਕੁਝ ਹੁੰਦਾ ਜਾ ਰਿਹਾ, ਮਹਾਰਾਜ ਦੀ ਮਿਹਰ ਹੈ। ਇੱਕ ਪੰਜਾਬੀ ਭਾਈਚਾਰਾ ਇੰਡੀਆ ਸੀਗਾ ਜਿਹਦੇ 'ਚ ਤੁਹਾਡਾ ਜੰਮ-ਪਲ ਹੋਇਆ, ਇੱਕ ਭਾਈਚਾਰਾ ਕੈਨੇਡਾ ਜਿਹਦੇ 'ਚ ਤੁਸੀਂ ਵਿਸਰ ਰਹੇ ਹੋ। ਇਹਨਾਂ ਦੋਵਾਂ ਭਾਈਚਾਰਿਆਂ 'ਚ ਤੁਹਾਨੂੰ ਕੀ ਫਰਕ ਲੱਗਿਆ? ਜਿਵੇਂ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ, ਆਪਾਂ ਇੱਥੇ ਵੀ ਹੈਗਾ, ਔਰ ਜਿਹੜਾ ਹੁਣ ਅਸੀਂ ਜੰਮ-ਪਲ ਹੁੰਦੇ ਆਏ ਹਾਂ, ਉਹ ਆਲਰੇਡੀ ਇੱਕ ਸਾਨੂੰ ਕਮਿਊਨਿਟੀ ਮਿਲੀ ਹੋਈ ਸੀਗੀ ਸਾਡੇ ਪੇਰੈਂਟਸ ਦੇ ਥਰੂ, ਸਾਡੇ ਰਿਲੇਟਿਵਸ ਦੇ ਥਰੂ। ਇੱਥੇ ਆ ਕੇ ਆਪਾਂ ਨੂੰ ਥੋੜ੍ਹੀ ਜਿਹੀ ਕਮਿਊਨਿਟੀ ਮਿਲਦੀ ਹੈ, ਥੋੜ੍ਹੀ ਨਹੀਂ, ਮੈਂ ਕਹੂੰਗੀ ਬਹੁਤ ਜ਼ਿਆਦਾ ਆਪਾਂ ਨੂੰ ਬਣਾਉਣੀ ਪੈਂਦੀ ਹੈ। ਆਪਣੇ ਆਪ ਸਾਨੂੰ ਕਿਸੇ ਦੇ ਨਾਲ ਜੋੜਨਾ ਪੈਂਦਾ, ਤਾਂ ਹੀ ਆਪਾਂ ਉਹਨਾਂ ਦੇ ਨਾਲ ਕਰ ਪਾਉਂਦੇ ਹਾਂ, ਬਿਕਾਜ਼ ਸਾਰੇ ਰਿਲੇਟਿਵਸ ਜਿਹੜੇ ਇੰਡੀਆ ਤੋਂ ਇੱਥੇ ਤਾਂ ਹੈ ਨਹੀਂਗੇ। ਅਤੇ ਆਪਾਂ ਜਿੰਨਾ ਕੁ ਕਰਦੇ ਹਾਂ, ਨੋ ਡਾਊਟ ਮੈਨੂੰ ਇੱਥੇ ਲੱਗਦਾ ਹੈ ਕਿ ਇੱਕ ਤੁਹਾਨੂੰ ਜੇ ਆਪਣੀ ਗਾਈਡੈਂਸ ਲੈਣੀ ਹੈ, ਨੋ ਡਾਊਟ ਬਹੁਤ ਵਧੀਆ ਲੋਕ ਵੀ ਹੈਗੇ ਕਮਿਊਨਿਟੀ 'ਚ ਜਿਹੜੇ ਤੁਹਾਨੂੰ ਹੈਲਪ ਕਰੋਗੇ। ਬਟ ਇੱਦਾਂ ਲੱਗਦਾ ਕਿ ਤੁਸੀਂ ਆਪਣੇ ਆਪ ਮੈਨੂੰ ਲੱਗਦਾ ਕਿ ਆਪਣੇ ਆਪ ਆਪਣੀ ਡਿਟਰਮੀਨੇਸ਼ਨ ਨਾਲ ਹੀ ਤੁਸੀਂ ਕਿਤੇ ਪਹੁੰਚ ਸਕਦੇ ਹੋ। ਤੁਹਾਡੇ ਨਾਲ ਤੁਹਾਡੀ ਫੈਮਿਲੀ ਦਾ ਸਪੋਰਟ ਬਹੁਤ ਜ਼ਰੂਰੀ ਹੈਗਾ। ਪੂਰਾ ਐਮਫਸਾਈਜ਼ ਇਸ ਚੀਜ਼ 'ਤੇ ਕਰਾਂਗੇ ਕਿ ਜਦੋਂ ਤੁਸੀਂ ਆਉਂਦੇ ਹੋ ਇੱਥੇ, ਗਵਰਨਮੈਂਟ ਦੀ ਹੈਲਪ, ਫੈਮਿਲੀ ਦੀ ਹੈਲਪ, ਸਾਰੇ ਤੁਹਾਨੂੰ ਪੀਅਰ ਗਰੁੱਪ ਦੀ, ਤੁਹਾਡੇ ਹਸਬੈਂਡ ਵਾਈਫ ਦੀ ਜਿਹੜੀ ਹੈਲਪ ਹੁੰਦੀ ਹੈ, ਉਹਦੇ ਨਾਲ ਤੁਸੀਂ ਆਪਣੀ ਲਾਈਫ ਨੂੰ ਅਹੈਡ ਕਰ ਸਕਦੇ ਹੋ। ਜਦੋਂ ਤੁਸੀਂ ਇੱਥੇ ਆਏ ਗਏ ਹੋ, ਪਤਾ ਨਹੀਂ ਤੁਸੀਂ 20 ਸਾਲ ਰਹਿਣਾ, 25 ਸਾਲ, ਵਾਈ ਨਾਟ ਗੈਟ ਐਜੂਕੇਟਿਡ ਐਂਡ ਡੂ ਸਮਥਿੰਗ ਕਿ ਜਿਹੜਾ ਇੱਕ ਪੜ੍ਹਿਆ ਲਿਖਿਆ ਬੰਦਾ ਕਰ ਸਕਦਾ ਹੈ ਕੰਮ, ਉਹ ਵੀ ਮਤਲਬ ਲੇਬਰ ਜੌਬ ਨਾ ਕਰੇ ਜਿਹੜਾ ਕਿ ਅਨਪੜ੍ਹ ਬੰਦਾ ਵੀ ਕਰ ਰਿਹਾ। ਇਹ ਮੈਸੇਜ ਤਾਂ ਤੁਹਾਡਾ ਨਿਊ ਕਮਰ ਲਈ ਸੀਗਾ, ਜਿਹੜੀਆਂ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਵਿਆਹ ਕਰਕੇ ਇੱਥੇ ਆਉਂਦੀਆਂ, ਉਹਨਾਂ ਲਈ ਤੁਹਾਡਾ ਕੀ ਮੈਸੇਜ ਹੈ? ਹਾਂਜੀ, ਮੈਂ ਇਹੀ ਮੈਸੇਜ ਉਹਨਾਂ ਨੂੰ ਵੀ ਦੇਣਾ ਚਾਹੂੰਗੀ ਕਿ ਇੱਦਾਂ ਨਹੀਂ ਸੋਚੋ ਕਿ ਹਾਂ ਸਰਕਮਸਟਾਂਸਿਸ ਨਹੀਂ ਵਧੀਆ ਹੈਗੇ। ਮੈਂ ਆਪਣੀ ਜ਼ਿੰਦਗੀ ਦੇ 6 ਸਾਲ ਇਸੇ ਚੀਜ਼ 'ਚ ਸੋਚਦੇ ਕਰ ਲਏ ਕਿ ਨਹੀਂ ਅੱਜ ਕੱਲ੍ਹ ਮੈਂ ਬੱਚੇ ਦੇਖ ਲਾਂ, ਆਹ ਕਰ ਲਾਂ, ਟਾਈਮ ਨਹੀਂ ਹੈਗਾ। ਜਦੋਂ ਅਸੀਂ ਇੱਕ ਡਿਟਰਮੀਨੇਸ਼ਨ ਆਪਣੇ ਦਿਲ 'ਚ ਰੱਖਦੇ ਹਾਂ ਕਿ ਨਹੀਂ ਮੈਂ ਪੜ੍ਹਨਾ ਹੀ ਪੜ੍ਹਨਾ, ਅੱਜ ਨਹੀਂ ਤਾਂ ਕੱਲ੍ਹ, ਤਾਂ ਥੋੜ੍ਹਾ ਜਿਹਾ ਟਾਈਮ ਗੈਪ ਦੇ ਨਾਲ ਪਾ ਕੇ ਨੌਲੇਜ ਗੈਦਰ ਕਰੋ ਕਿ ਮੈਂ ਕਿੱਦਾਂ ਕਿੱਥੇ ਜਾ ਸਕਦਾ, ਕਿਹੜੇ ਕੋਰਸ 'ਚ। ਆਪਣੇ ਦਿਲ ਨੂੰ ਪੁੱਛੋ, ਆਪਣੀ ਪਿਛਲੀ ਪੜ੍ਹਾਈ ਦੇਖ ਕੇ ਕਰੋ ਕਿ ਮੈਂ ਕਿਹੜੀ ਫੀਲਡ 'ਚ ਜਾਣਾ ਚਾਹੁੰਦੇ ਹਾਂ, ਤੇ ਤੁਸੀਂ ਆਪਣੀ ਐਜੂਕੇਸ਼ਨ ਨੂੰ ਅੱਗੇ ਪਰਸਿਊ ਜ਼ਰੂਰ ਕਰੋ। ਡਰਾਈਵਰਸ ਟ੍ਰੇਨਿੰਗ, NSC ਆਡਿਟ, ਮਿਨਿਸਟਰੀ ਇੰਟਰਵੈਂਸ਼ਨ, ਕੋਈ ਵੀ ਚਿੱਠੀ ਪੱਤਰ ਮਿਨਿਸਟਰੀ ਤੋਂ ਆਇਆ ਹੋਵੇ ਜਾਂ ਫਿਊਲ ਟੈਕਸ, ਪ੍ਰੋਰੇਟ ਲੌਗਬੁੱਕ ਆਡਿਟਿੰਗ, ਸਟਾਫ ਟ੍ਰੇਨਿੰਗ, ਕੈਨੇਡੀਅਨ ਜਾਂ US ਅਥਾਰਟੀ ਆਪਣੀ ਕੰਪਨੀ ਵਾਸਤੇ ਲੈਣ ਲਈ ਸਾਡੇ ਨਾਲ ਸੰਪਰਕ ਕਰੋ। ਸਾਡੇ ਫੋਨ ਨੰਬਰਸ ਹਨ ਐਡਮਿੰਟਨ 7806285780, ਕੈਲਗਰੀ 403-668-7171, Toronto 905-486-1666. Your safety is our concern. Compliance Mentors. Hi, I'm Navjeen Kabarwal from Optimum Immigration. I'm a licensed immigration consultant. If you have any questions related to any immigration or sponsorship or work permits, you can call me at 780-399-5127, 780-490-6090, 780-468-3331. You can also email me at navjeen@optimumgroup.info.
Enjoy luxury living at Royal Oaks by Cancom Developments. Location and complete satisfaction draw our clients to Royal Oaks. We offer fully serviced lots in a broad variety of sizes. Build your dream with us. We are 5 minutes south of Edmonton and 10 minutes from the International Airport. Let your lifetime investment be Royal Oaks. Wondering what's happening in Western Canada? We are presenting Cultural Tadka in Hindi, Punjabi and English. We are coming every Saturday with news, views, entertainment and community coverage. Don't forget to watch us every Saturday morning. Harmony TV, celebrating togetherness. In our community segment today, we have a special coverage. Let's have a look. आज हमारे साथ हैं डॉक्टर विनेश गुप्ता, जो कि मेंटल इलनेसेस के माहिर हैं। 20 साल से अपनी प्रैक्टिस इंडिया में की, इंग्लैंड में की और पिछले 7 साल से कनाडा में है, एडमंटन में है। रिसर्च कर रहे हैं मेंटल इलनेसेस के बारे में, साइकेट्री के बारे में, और ये सब चीज़ें जो हैं हमारी कम्युनिटी को कैसे इफ़ेक्ट कर रही हैं। डॉक्टर साहब, आपका स्वागत है। थैंक यू। तो डॉक्टर साहब, आपने 20 साल इतना अरसा आपने निकाल दिया मेंटल इलनेसेस को समझते हुए, और अब आप हमारी कम्युनिटी में जुड़े हुए हैं। आपकी रिसर्च जो है उसकी फोकस है हमारी कम्युनिटी में। तो पहले हम अपनी कम्युनिटी से शुरू होते हैं कि उसमें आपने क्या देखा। जैसा कि आपने बताया, मैं पिछले 7 साल से यहाँ काम कर रहा हूँ, लेकिन उससे पहले जब मैंने इंडिया में अपनी ट्रेनिंग की और काम करना शुरू किया, तो वो जो चीज़ें मैंने वहाँ देखी उसका मुझे काफ़ी फ़ायदा हुआ जब मैं इंग्लैंड गया, क्योंकि इंग्लैंड में इंडियन कम्युनिटी बहुत बड़ी है। इसी तरीके से यहाँ आने के बाद भी मैंने ऐसा देखा कि कुछ लोग हैं अपनी कम्युनिटी में जिनको मेंटल हेल्थ इश्यूज़ हैं, लेकिन वो डॉक्टर को दिखाना नहीं चाहते हैं, वो किसी से बात नहीं करना चाहते हैं। ख़ास तौर से अगर उनको डॉक्टर अपनी कम्युनिटी का नहीं है तो वो जाकर बात नहीं करना चाहते हैं। तो उसमें बहुत सारी तकलीफ़ हैं जो हमें देखने को मिलती है, जैसे डिप्रेशन है, स्किज़ोफ्रेनिया है, डिमेंशिया है जो कि अक्सर बुज़ुर्गों में होता है। कुछ महिलाएं आती हैं जिनको घरों में उत्पीड़न किया जाता है, जिनके साथ मार पिटाई की जाती है, फ़िज़िकल अब्यूज़ है, इमोशनल अब्यूज़ है। ड्रग्स और अल्कोहल हमारी कम्युनिटी में काफ़ी कॉमन है। बहुत लोग आते हैं जो एक्सीडेंट वगैरह में के शिकार होते हैं और उसके बाद उन्हें पोस्ट ट्रॉमेटिक स्ट्रेस डिसऑर्डर हो जाता है। कई लोग आते हैं जिनकी नौकरी से निकल जाते हैं, नौकरी पे स्ट्रेस हो रहा है, तो उसकी वजह से, स्ट्रेस की वजह से आते हैं। तो बहुत सारी अलग अलग किस्म की बीमारियां हैं। बच्चे आते हैं, बच्चों में स्कूल में कई बार तकलीफ़ होती है। अगर नया नया इंडिया से मूव किया हो, इंग्लिश समझ में नहीं आ रही है, कभी बुलिंग हो जाती है स्कूल में। कुछ होते हैं जिनका दिमाग कमज़ोर हो तो उन्हें तकलीफ़ होती है स्कूल में काम करने की। तो इस किस्म की बहुत सारी चीज़ें देखने को मिलती हैं। एक और चीज़ जो देखने को मिलती है, जैसे हम जब नए आते हैं, किसी भी देश में जाते हैं, ऐसा कनाडा के साथ नहीं है, और किसी भी देश से हो सकते हैं, ऐसा ज़रूरी नहीं है कि हम इंडिया से हों, भारत से हों। तो जब हम नई जगह जाते हैं, अगर हम अपने देश में भी मूव करते हैं, तो एक वो बहुत बड़ा स्ट्रेस होता है कि हम अपना जो हमारा जमाया जो बेस होता है, हम उसको छोड़ कर जा रहे हैं, नए शहर में जा रहे हैं, नए देश में जा रहे हैं।
किसी को जानते नहीं हैं, नौकरी का ठिकाना है या नहीं है, रहने की जगह है या नहीं है, तो वो उससे भी स्ट्रेस हो सकता है, डिप्रेशन हो सकती है। तो ये बहुत सारी चीज़ें हैं जो देखने को मिलती हैं। और कई बार मुझे ये देखने में आया कि जब मरीज़ जब मेरे पास आते हैं और जीपी क्लिनिक के अंदर जब वो साइकाट्रिस्ट से मिलते हैं, तो उन्हें आश्चर्य होता है कि वहाँ पे एक हिंदी या पंजाबी समझने वाला, बोलने वाला कोई डॉक्टर है जो उनकी बात सुन सकता है। और वो अक्सर ऐसा आभास देते हैं कि अगर वही एक इंडियन कम्युनिटी का डॉक्टर नहीं होता तो शायद वो उससे उतना खुलकर बात नहीं कर पाते। तो ये काफ़ी सारी चीज़ें हैं जिनकी वजह से मुझे ऐसा लगा कि हमें अपनी कम्युनिटी में मेंटल हेल्थ इश्यूज़ की अवेयरनेस बढ़ानी चाहिए, नॉलेज बढ़ानी चाहिए, ज्ञान बढ़ाना चाहिए। डॉक्टर साहब, आप मेरे से सहमत होंगे कि एक कहावत है, प्रिवेंशन इज़ बेटर देन क्योर। आपके पास तो लोग बीमार होके आते हैं, इससे पहले क्या एक्शन लिया जाए कि वो डिप्रेशन में या उनको मेंटल इलनेसेस का सामना ना करना पड़े? जब हम प्रिवेंशन की बात करते हैं तो ख़ास तौर से हम सबसे पहले बच्चों को टारगेट करने की कोशिश करते हैं। तो स्कूलों में जाकर जैसे बच्चों को समझाया जाए कि क्या कारण हो सकते हैं डिप्रेशन के या स्ट्रेस के, किस तरीके से उन चीज़ों से हम डील कर सकते हैं। आजकल बच्चों के ऊपर स्कूल की पढ़ाई का बड़ा प्रेशर रहता है और हम लोग इंडिया से आते हैं, अक्सर इंडियन माँ बाप हम ऐसे होते हैं, अपने बच्चों से उम्मीद करते हैं कि वो सबसे अच्छे हों क्लास में अगर 20 इंडियन बच्चे हैं, 20 के माँ बाप चाहते हैं वो 20 फर्स्ट आएँ। तो बहुत बड़ा एक स्ट्रेस रहता है बच्चों के ऊपर। फिर नए स्कूल में, नए देश में आए, अगर बच्चे यहाँ पैदा नहीं हुए हैं तो उनको वो एडजस्ट होना पड़ता है। जो लोकल गवर्नमेंट है हमारी है, जैसे एडमिंटन में है, अल्बर्टा गवर्नमेंट जो है, कुछ चीज़ें ऐसी शुरू की हुई हैं एडमिंटन में जिससे वो प्रिवेंशन की तरफ जाती हैं। जैसे इमिग्रेशंस के लिए जो सपोर्ट्स अवेलेबल हैं, या जो है अगर कहीं भी ये शक होता है कि कोई घर में महिला या और लड़की परेशान हो रही है तो उनके लिए सपोर्ट्स अवेलेबल है। तो ये चीज़ें जितनी जल्दी पहचानी जाएं और जितनी जल्दी हम इन पे काम कर सकें उतना कम इनका असर होने का अंदेशा रहता है। तो इसी तरीके से अगर स्कूलों में हम बच्चों को ड्रग्स के बारे में जाके बता सकते हैं तो अगेन अल्बर्टा गवर्नमेंट का जो है अल्बर्टा हेल्थ सर्विसेज के कुछ प्रोग्राम्स हैं जिसमें काउंसलर्स जाते हैं स्कूलों में, जूनियर हाई स्कूल में जाते हैं, ड्रग्स के साइड इफ़ेक्ट्स के बारे में बताते हैं, अल्कोहल के साइड इफ़ेक्ट्स के बारे में बताते हैं, क्या परेशानियां हो सकती है इस बारे में बात करते हैं। इसी तरीके से बुलिंग के बारे में बात करते हैं काउंसलर्स जाकर। तो वो प्रिवेंशन है, लेकिन वो प्रिवेंशन काफ़ी हद तक लोकल पॉपुलेशन के लिए है। तो ऑब्वियसली हम लोग जो इंडियन कम्युनिटीज़ हैं, हमारी एक छोटी पॉपुलेशन है, हमारा छोटा सा हम करीब यहाँ 80,000 से 1 लाख लोग हैं एडमिंटन में। पर अनफॉर्चुनेटली मेंटल हेल्थ सर्विसेज में हिंदी, पंजाबी, उर्दू बोलने वाले बहुत लोग नहीं हैं। तो वो प्रिवेंशन की तो अभी हम बात सोच भी नहीं सकते हैं अपनी कम्युनिटी में, क्योंकि जिन लोगों को ज़रूरत है हम अभी ट्रीटमेंट भी नहीं प्रोवाइड कर पा रहे हैं उन्हें। तो आपका कहना बिल्कुल सही है कि प्रिवेंशन इज़ बेटर देन क्योर, पर अभी हमारे पास वो फैसिलिटीज़ नहीं है। और ये जो हम करने की कोशिश कर रहे हैं, दैट इज़ एक्चुअली होपफुली वी विल गेट टू दैट स्टेज जहाँ हम लोग ये बात कर सकेंगे कि अब हम प्रिवेंट करने की कोशिश करते हैं रादर देन सिर्फ ट्रीट करने की। आपने ठीक बात की बच्चों की और प्रिवेंशन की। आप मेरे साथ सहमत होंगे कि सारे लोग जो है हमारे इंडिया में वो कनाडा एंटर करना चाहते हैं और वीज़ा बिकता वाली बात है। जो मैरिजेस होती हैं, किसी में हस्बैंड ज़्यादा पढ़ा लिखा है, किसी में वाइफ ज़्यादा पढ़ी लिखी है। इसके साथ साथ जब वो मैरिज में आते हैं, वो कहीं ससुर भी साथ रह रहा है, ससुराल भी साथ हैं, माँ बाप भी साथ हैं, और फिर आके पैसे की किल्लत जो है वो भी बेसमेंट में रहने के लिए मजबूर कर देती हैं। क्या ये सब चीज़ें भी डिप्रेशन देती हैं? जी बिल्कुल। बहुत जो मैंने कुछ मरीज़ ऐसे देखे हैं जिनमें लड़कियां आती हैं या लड़के आते हैं, जैसे आप बता रहे हैं, कई बार लड़के वहाँ से शादी होकर आते हैं, कई बार लड़कियां वहाँ से शादी होकर आती हैं, गरीब ख़ानदान से होते हैं। तो सिर्फ इसलिए आ जाते हैं कि माँ बाप ही कहते हैं चलो कनाडा में शादी हो रही है। यहाँ आके पता लगता है जो हस्बैंड है या वाइफ है वो अब्यूज़ कर रहे हैं, मार पिटाई कर रहे हैं, गाली गलौज कर रहे हैं। काफ़ी सारी महिलाएं इस चीज़ का ज़्यादा शिकार होती हैं। उनको पैसे नहीं देते हैं जैसे, तो उनको घर से बाहर नहीं जाने देते हैं, या घर में रह रहे हैं, सास ससुर हैं, सब लोग हैं जैसे कि आपने कहा, तो पैसे की दिक्कत हो जाती है।
और हमारे समाज में सबसे बड़ी परेशानी ये है, अगर ऐसा हो भी रहा होता है तो लड़की घर से बाहर निकलने की नहीं सोचती है, क्योंकि सेपरेट होना, डिवोर्स होना एक बहुत बड़ा वो समझा जाता है, टैबू है कि उसके बारे में समाज में ऐसे बातें होती हैं जैसे पता नहीं उसने क्या गलत काम कर दिया। तो इन चीज़ों से तनाव बढ़ता है, इन चीज़ों से डिप्रेशन हो सकती है, घर में कलह होती है, झगड़े होते हैं, उससे डिप्रेशन बढ़ सकती है। कुछ महिलाएं, लड़कियां मेरे पास ऐसी भी आती हैं जो इन वजहों से कहती हैं कि उन सुसाइड करने का मन करता है, और कुछ ऐसी भी हैं जिन्होंने कोशिश भी की है। तो ऐसी बहुत आम बातें हैं ये जो देखने को मिलती हैं। कुछ ऐसे होते हैं जो लड़के वहाँ से जब शादियाँ करके ले आते हैं लड़कियों को, तो वो लड़के यहाँ ड्रग्स लेते हैं या अल्कोहल, दारू पीते हैं, तो वो मार पिटाई काफ़ी करते हैं ऐसे में, या फिर पैसे नहीं देते हैं, तो उससे परेशानी और बढ़ जाती है। और वो और ज़्यादा तब बढ़ जाती है जब बच्चे हो जाते हैं, क्योंकि फिर लड़की के लिए घर को छोड़ना और मुश्किल हो जाता है, क्योंकि उसको बच्चों का डर लगता है। ऐसे में बच्चों को भी नुकसान होता है, जब वो ये देखते हैं घर में मार पिटाई का माहौल है, तो वो भी उससे काफ़ी हद तक अफेक्ट होते हैं। तो आखिरी में आपका कम्युनिटी के लिए क्या संदेश है, और आप कम्युनिटी से क्या चाहते हैं एज ए सपोर्ट? हम धीरे धीरे ये चाहेंगे कि कम्युनिटी से वॉलंटियर्स, जो लोग जिनका कम्युनिटी पे बहुत ज़्यादा असर हो सकता है, जो जिनकी लोग सुनते हैं, वो लोग आगे बढ़ें और इस चीज़ की अवेयरनेस और ज़्यादा बढ़ाएं कम्युनिटी में। और हम लोगों ने एक छोटी सी वेबसाइट शुरू की है जिसका नाम है samhitaalberta.com, samhitaalberta.com, जिस पर थोड़ी बहुत अभी मेंटल इलनेस के बारे में जानकारी है। हम उस पर और जो है डिटेल्स और इन्फॉर्मेशन डालते रहेंगे, और अगर कोई सवाल हैं जो पूछना चाहते हैं, हम लोग कोशिश करेंगे अगर आप उस वेबसाइट पर अपने सवाल भेजें तो हम उनका जवाब दे सकें। PCNs जो है, प्राइमरी केयर नेटवर्क जो है, जिनके बहुत सारे फैमिली डॉक्टर्स पार्टनर्स हैं, वो लोग स्पेशल सपोर्ट प्रोवाइड कर रही हैं हिंदी, पंजाबी, उर्दू बोलने वाले लोगों के लिए। तो प्लीज़ जाकर फैमिली डॉक्टर से मिलें और वहाँ से आपको और जानकारी मिल सकती है। बहुत बहुत धन्यवाद। थैंक यू। Love, dream, escape, cherish, enjoy with Century Travels. New Look Salon and Spa, Edmonton's most promising salon treatment under most talented hairstylist. We offer unisex salon and spa services with exclusively affordable rates. Don't forget to ask us about bridal packages and much more. A grooming station for the whole family in your neighborhood. जी हाँ, ਤੁਹਾਡੇ neighborhood 4247 23rd A Avenue, Edmonton, and 69 of. For any residential and commercial properties, please give us a call. We are dedicated to results. Contact Yash Sharma and Raj Sharma to purchase your dream home today. 2611 Elwood Drive, Edmonton, Alberta. Call 780-904-6008 or 780-200-0246. Looking for high-quality, fully customizable windows and doors for your next project? Come visit Durabuilt Windows and Doors, where it's all about you. We value service, style, and innovation, and we'll work closely with you to help your vision come to life. With 2 convenient locations in Edmonton,
Our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabuiltwindows.com. At Maple Dental Clinic, we strive to create a comfortable environment for our patients. We work evening and weekend hours for your convenience. We do Invisalign braces, digital x-rays using modern state-of-the-art equipment. We direct bill insurances. Our staff speak English, Punjabi, Hindi and Urdu. Hi there, how are you today? At Maple Dental Clinic, how can I help you there? We are here to spread a smile, so please call us at 780-440-5001 to book an appointment today. ਪਰ ਜਾਣ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਆਓ ਸੁਣਦੇ ਹਾਂ ਇੱਕ ਪੰਜਾਬੀ ਗੀਤ ਜਸਟ ਦੇਸੀ। ਸਤਿ ਸ਼੍ਰੀ ਅਕਾਲ, ਰੱਬ ਰਾਖਾ। Good morning, sir. We have a long day today, sir. At 11 we have a meeting with ਇਹਨੂੰ ਕਹਦੇ ਮੈਂ ਨਹੀਂ ਕਿਤੇ ਜਾਣਾ, ਕੈਂਸਲ ਕਰ ਦੂਗਾ। ਕਿਉਂ? ਅੱਛਾ, ਅੱਜ ਫੇਰ ਉਹਦੇ ਪਿੱਛੇ ਜਾਣਾ। ਰਹਿਣ ਦੇ, ਨਹੀਂ ਮੰਨਣਾ ਉਹਨੇ। At 11 we have a meeting with promoters regarding stage 2. At 12 we are going live. Where is going? ਹੁਣ ਤੈਨੂੰ ਕੀ ਦੱਸਾਂ, ਤੇਰੀ ਭੂਆ ਨੂੰ ਸੰਧਾਰਾ ਦੇਣ ਗਿਆ। Leave it, just cancel everything. ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ, ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ। ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ, ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ। ਮੈਂ ਮੇਰੇ ਉੱਤੇ ਮਰਦੇ ਨਾਜ਼ੁਕ ਦਿਲ ਤੋੜਦਾ ਆ, ਤੋੜਦਾ ਆ। ਨੀ ਤੂੰ ਹਾਂ ਵੀ ਨਹੀਂ ਕਰਦੀ ਗੱਭਰੂ, ਨੀ ਤੂੰ ਹਾਂ ਵੀ ਨਹੀਂ ਕਰਦੀ ਗੱਭਰੂ। ਨੀ ਤੂੰ ਨਾ ਵੀ ਨਹੀਂ ਕਰਦੀ ਗੱਭਰੂ, ਨੀ ਤੂੰ ਨਾ ਵੀ ਨਹੀਂ ਕਰਦੀ ਗੱਭਰੂ। ਇੱਕ ਪਾਸੇ ਲਾ ਦੇ ਗੱਲ ਮੈਂ ਤੇਰੇ ਹੱਥ ਜੋੜਦਾ ਆ, ਹੱਥ ਜੋੜਦਾ ਆ। ਨੀ ਤੂੰ ਹਾਂ ਵੀ ਨਹੀਂ ਕਰਦੀ ਗੱਭਰੂ, ਨੀ ਤੂੰ ਨਾ ਵੀ ਨਹੀਂ ਕਰਦੀ ਗੱਭਰੂ। ਕੁੜੀਆਂ ਤੋਂ ਪੁੱਛੇ ਨਾ ਮੇਰਾ, ਪਰ ਕੋਲ ਨਾ ਮੇਰੇ ਖੜਦੀ ਏ। ਜਦ ਮੈਂ ਕੁੜੀਆਂ ਕੋਲ ਖੜ ਜਾਵਾਂ, ਮੈਂ ਸੁਣਿਆ ਬਾਲਾ ਸੜਦੀ। ਮੈਂ ਸੋਚਾਂ ਸੁਪਨਿਆਂ ਵਿੱਚ ਵੀ ਤੇਰੇ ਮਗਰ ਦੌੜਦਾ ਆ, ਮਗਰ ਦੌੜਦਾ ਆ। ਨੀ ਤੂੰ ਹਾਂ ਵੀ ਨਹੀਂ ਕਰਦੀ ਗੱਭਰੂ, ਨੀ ਤੂੰ ਹਾਂ ਵੀ ਨਹੀਂ ਕਰਦੀ ਗੱਭਰੂ। ਨੀ ਤੂੰ ਨਾ ਵੀ ਨਹੀਂ ਕਰਦੀ ਗੱਭਰੂ, ਨੀ ਤੂੰ ਨਾ ਵੀ ਨਹੀਂ ਕਰਦੀ ਗੱਭਰੂ। ਇੱਕ ਪਾਸੇ ਲਾ ਦੇ ਗੱਲ ਮੈਂ ਤੇਰੇ ਹੱਥ ਜੋੜਦਾ ਆ, ਹੱਥ ਜੋੜਦਾ ਆ। ਨੀ ਤੂੰ ਹਾਂ ਵੀ ਨਹੀਂ ਕਰਦੀ ਗੱਭਰੂ, ਨੀ ਤੂੰ ਨਾ ਵੀ ਨਹੀਂ ਕਰਦੀ ਗੱਭਰੂ। ਮੈਨੂੰ ਅੱਧ ਵਿਚਾਲੇ ਟੰਗਿਆ ਏ, ਇੱਕ ਦਿਲ ਹੀ ਤੇ ਤੋਂ ਮੰਗਿਆ ਏ। ਤੂੰ ਕਿਉਂ ਜਾਨੀ ਤੜਪਾਉਣੀ ਐ, ਦੱਸ ਦੇ ਸਿੱਧਾ ਕੀ ਚਾਹੁੰਨੀ ਏ। ਲਾਰੇ ਤੇ ਲਾਰਾ ਲਾਉਣੀ ਐ ਤੂੰ ਹੱਥ ਨਾ ਮੇਰੇ ਆਉਣੀ ਐ, ਜੋ ਜਾਣ ਜਾਣ ਤੜਪਾਉਣੀ ਐ। ਤੇਰਾ ਪਿਆਰ ਲੋੜਦਾ ਆ, ਨੀ ਤੂੰ ਹਾਂ ਵੀ ਨਹੀਂ ਕਰਦੀ ਗੱਭਰੂ, ਨੀ ਤੂੰ ਹਾਂ ਵੀ ਨਹੀਂ ਕਰਦੀ ਗੱਭਰੂ। ਨੀ ਤੂੰ ਨਾ ਵੀ ਨਹੀਂ ਕਰਦੀ ਗੱਭਰੂ, ਨੀ ਤੂੰ ਨਾ ਵੀ ਨਹੀਂ ਕਰਦੀ ਗੱਭਰੂ। ਇੱਕ ਪਾਸੇ